ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਦੀ ਲੜੀਵਾਰ ਵੈਬਿਨਾਰ ਸੀਰੀਜ਼ ਦੇ ਵਿੱਚ ਅਸੀਂ ਅੱਜ ਦੂਜੀ ਪੌੜੀ ਦਾ ਜਿਹੜਾ ਸ਼ਲੋਕ ਹੈ, ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਇਸ ਸ਼ਲੋਕ ਦੀ ਜਿਹੜੀ ਹੈ ਉਹ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਨੂੰ ਆਪਾਂ ਸਮਝਣ ਲਈ ਦੋ ਤਿੰਨ ਡਿਫਰੈਂਟ ਜਿਹੜੇ ਨੇ ਆਸਪੈਕਟ ਹੈ ਉਹ ਪਹਿਲਾਂ ਸਮਝਦੇ ਹਾਂ। ਇੱਕ ਪਹਿਲਾਂ ਵਰਡਲੀ ਕੰਟੈਕਸਟ ਹੈ, ਇਹਨੂੰ ਥੋੜਾ ਜਿਹਾ ਜੇ ਆਪਾਂ ਪਹਿਲਾਂ ਸਮਝਣਾ ਹੋਏ ਕਿ ਇਹ ਜਿਹੜਾ ਜੱਗ ਹੈ, ਜੱਗ ਕੀ ਹੈ ਤੇ ਕੋਠੜੀ ਕੀ ਹੈ, ਤੇ ਫਿਰ ਅਸੀਂ ਇਹਨੂੰ ਗੁਰਬਾਣੀ ਦੇ ਜਿਹੜੇ ਹੈ ਹਵਾਲੇ ਨਾਲ ਉਹਨੂੰ ਹੋਰ ਥੋੜਾ ਵਿਸਤਾਰ ਨਾਲ ਸਮਝਣ ਦਾ ਜਿਹੜਾ ਯਤਨ ਕਰਦੇ ਹਾਂ। ਸੋ ਗੁਰਬਾਣੀ ਜਿਵੇਂ ਸਾਨੂੰ ਸਮਝਾ ਰਹੀ ਹੈ ਕਿ ਇਹ ਜੱਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਜਿੱਦਾਂ ਸਾਡਾ ਜਿੱਥੇ ਧਿਆਨ ਹੁੰਦਾ ਹੈ, ਉਹ ਸਾਡੇ ਵਾਸਤੇ ਸਾਰਾ ਜੱਗ ਬਣ ਜਾਂਦਾ ਹੈ। ਜੇ ਵੀ ਚੀਜ਼ ਜੋ ਵੀ, ਜਿਵੇਂ ਕਿ ਇੱਥੇ ਤੁਸੀਂ ਐਗਜ਼ਾਮਪਲ ਵੀ ਦੇਖ ਪਾ ਰਹੇ ਹੋ, ਜਿਹੜੀ ਇੱਕ ਮਾਂ ਹੈ, ਉਹਦੇ ਲਈ ਉਹਦੇ ਬੱਚੇ, ਉਹਦਾ ਪਰਿਵਾਰ ਹੀ ਉਹਦਾ ਸਾਰਾ ਜੱਗ ਹੁੰਦਾ ਹੈ। ਸੋ ਪਹਿਲਾਂ ਆਪਾਂ ਜੱਗ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਇੱਕ ਜਿੱਥੇ ਵੀ ਜਿਹੜੀ ਵੀ ਚੀਜ਼ ਅਸੀਂ ਕੋਈ ਅਚੀਵ ਕਰਨੀ ਹੁੰਦੀ ਹੈ, ਕੋਈ ਵੀ ਐਸੀ ਚੀਜ਼ ਹੈ ਜਿਹਨੂੰ ਅਸੀਂ ਲੈਣ ਦੀ ਇੱਛਾ ਰੱਖਦੇ ਹਾਂ, ਉਹਦੇ ਵਾਸਤੇ ਹਰ ਵੇਲੇ ਹਰ ਸਾਹ ਉੱਦਮ ਕਰਦੇ ਹਾਂ, ਉਹਦੇ ਵੱਲ ਧਿਆਨ ਰੱਖਦੇ ਹਾਂ। ਜਦੋਂ ਸਾਨੂੰ ਉਹ ਚੀਜ਼ ਜਾਂ ਉਹ ਵਸਤ ਪ੍ਰਾਪਤ ਹੋ ਜਾਂਦੀ ਹੈ ਤਾਂ ਉਹ ਜਿਹੜੀ ਫੀਲਿੰਗ ਹੈ ਉਹ ਇੱਦਾਂ ਦਾ ਮਹਿਸੂਸ ਹੋਣਾ ਕਿ ਮੈਨੂੰ ਸ਼ਾਇਦ ਜੱਗ ਮਿਲ ਗਿਆ ਹੈ। ਜਿਹੜੀ ਵੀ ਚੀਜ਼ ਦੀ ਮੈਨੂੰ ਲੋੜ ਹੈ, ਜਿਸ ਚੀਜ਼ ਵੱਲ ਵੀ ਮੇਰਾ ਧਿਆਨ ਹੈ, ਮੈਂ ਜਦੋਂ ਉਹਦੇ ਵੱਲ ਹੀ ਖਚਤ ਰਹਿਣਾ ਤਾਂ ਉਹੀ ਮੇਰਾ ਜਿਹੜਾ ਹੈ ਉਹ ਥਾਟ ਪ੍ਰੋਸੈਸ, ਉਹੀ ਮੇਰਾ ਜੱਗ ਜੋ ਹੈ ਉਹ ਬਣ ਜਾਂਦਾ ਹੈ। ਸੋ ਗੁਰਬਾਣੀ ਵੀ ਸਾਨੂੰ ਇਸੇ ਤਰੀਕੇ ਨਾਲ ਹੀ ਸਮਝਾ ਰਹੀ ਹੈ ਕਿ ਜਿਹੜੀ ਜੋਤ ਹੈ, ਜੇ ਅਸੀਂ ਜੋਤ ਵੱਲ ਧਿਆਨ ਰੱਖਦੇ ਹਾਂ, ਜਿੱਥੇ ਸਾਡੇ ਕੋਲ ਵਿਕਾਰ ਤੋਂ ਰਹਿਤ, ਬਿਲਕੁਲ ਮਾਇਆ ਦੀ ਜੋ ਇਨਫਲੂਐਂਸ ਹੈ ਉਸ ਤੋਂ ਰਹਿਤ ਜਿਹੜਾ ਥਾਟ ਹੈ, ਜਿਹੜਾ ਮੈਨੂੰ ਸੱਚ ਨਾਲ ਜੁੜਨ ਵਾਸਤੇ ਪ੍ਰੇਰਨਾ ਦੇ ਰਿਹਾ ਹੈ, ਉਹ ਮੇਰੇ ਅੰਦਰੋਂ ਮੈਨੂੰ ਝੰਜੋੜ ਰਿਹਾ ਹੈ, ਉਹ ਜੋ ਹੈ ਉਹ ਜਿੱਥੇ ਵੀ ਉਹ ਗੁਣਾਂ ਦਾ ਵਾਸ ਹੈ, ਉਹ ਕੋਠੜੀ ਹੈ, ਉਹ ਮੇਰੇ ਅੰਦਰ ਹੈ। ਉਹ ਸਾਰੀ ਜਿਹੜੀ ਜੋਤ ਹੈ ਜਾਂ ਜਿਹੜੇ ਗੁਣ ਨੇ, ਉਹਨਾਂ ਦੀ ਆਪਾਂ ਗੱਲ ਕਰੀਏ ਤਾਂ ਉਹ ਮੇਰੇ ਅੰਦਰ ਹੈ। ਪਰ ਉਹ ਸੱਚੇ ਦੀ ਕੋਠੜੀ ਹੈ, ਸੱਚਾ ਉਹਦੇ ਵਿੱਚ ਵਸ ਰਿਹਾ ਹੈ, ਜਿੱਥੋਂ ਕਿ ਮੈਨੂੰ ਗੁਣਾਂ ਦੇ ਨਾਲ ਜੁੜਨ ਵਾਸਤੇ ਪ੍ਰੇਰਨਾ ਮਿਲ ਰਹੀ ਹੈ। ਜਿੱਦਾਂ ਕਿ ਅਸੀਂ ਮਾਇਆ ਦੇ ਵਿੱਚ ਵੀ, ਜੇ ਸਾਡੇ ਕੋਲ ਆਪਣੇ ਘਰ ਵਿੱਚ ਵੀ ਜੇ ਕੋਈ ਰਤਨ ਜਵਾਹਰ ਹੋਣ ਤੇ ਅਸੀਂ ਇਹਨੂੰ ਕਿਸੇ ਆਪਣੇ ਘਰ ਦੇ ਅੰਦਰ ਇੱਕ ਵੱਖਰੇ ਲੋਕਰ 'ਚ ਰੱਖ ਲੈਂਦੇ ਹਾਂ। ਉਸੇ ਤਰੀਕੇ ਨਾਲ ਜਿਹੜਾ ਘਰ ਹੈ, ਜਿਹੜਾ ਸਰੀਰ ਹੈ, ਇਹਦੇ ਅੰਦਰ ਜਿੱਥੋਂ ਦੀ ਗੁਣ ਪ੍ਰਾਪਤ ਹੋ ਰਹੇ ਨੇ, ਉਹ ਕੋਠੜੀ ਹੈ। ਉਹਨੂੰ ਹਿਰਦਾ ਵੀ ਕਿਹਾ ਗੁਰਬਾਣੀ ਨੇ, ਉਹਨੂੰ ਐਕਸਪਲੇਨ ਕੀਤਾ ਹੈ ਕਿ ਇਸ ਹਿਰਦੇ ਦੇ ਵਿੱਚ ਜੋਤ ਦਾ ਨਿਵਾਸ ਹੈ। ਜਿਹੜੀ ਜੋਤ ਹੈ, ਜਿਹੜੀ ਸੱਚੀ ਹੈ, ਉਹ ਉਸ ਹਿਰਦੇ ਦੇ ਵਿੱਚ ਉਹਦਾ ਨਿਵਾਸ ਹੈ। ਇਸ ਕਰਕੇ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਕਿ ਵੀ ਉਹ ਜਿਹੜਾ ਹਿਰਦਾ ਹੈ ਉਹ ਸੱਚਾ ਹੈ, ਜਿੱਥੇ ਉਹਦਾ ਜੋਤ ਦਾ ਨਿਵਾਸ ਹੈ। ਜਿਵੇਂ ਕਿ ਅਸੀਂ ਇੱਥੇ ਇੱਕ ਹੋਰ ਪੰਕਤੀ ਪੜ੍ਹ ਪਾ ਰਹੇ ਹਾਂ, ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜ਼ਾਨੇ। ਸੋ ਗੁਰਬਾਣੀ ਵੀ ਸਾਨੂੰ, ਗੁਰਬਾਣੀ ਇਸ ਜਗ ਮਹਿ ਚਾਨਣ ਕਰਮੀ ਵਸੈ ਮਨ ਆਏ। ਸੋ ਇਹ ਗੁਰਬਾਣੀ ਜੋ ਹੈ ਉਹ ਮੇਰੇ ਜਗ ਵਿੱਚ ਚਾਨਣ ਕਰ ਰਹੀ ਹੈ, ਮੇਰੇ ਹਿਰਦੇ ਵਿੱਚ ਚਾਨਣ ਕਰ ਰਹੀ ਹੈ। ਮੈਨੂੰ ਆਪ ਉਦਮ ਕਰਕੇ ਆਪਣਾ ਜਿਹੜਾ ਬਾਹਰਮੁਖੀ ਮਨ ਹੈ ਉਹਨੂੰ ਅੰਦਰ ਲੈ ਕੇ ਜਾਣਾ ਹੈ ਔਰ ਇਸ ਸੱਚੇ ਗੁਣਾਂ ਦੀ ਸ਼ਰਨ ਦੇ ਵਿੱਚ ਉਹਨੂੰ ਬਿਠਾਣਾ ਹੈ। So in the worldly context, the things I truly believe in and passionate about become my world. ਜਿਵੇਂ ਕਿ ਇੱਕ ਐਗਜ਼ਾਮਪਲ ਹੈ ਕਿ when we are in love with a partner in the world for us. So for mother, kids are the world. For poor person, their thoughts are about having enough to eat. Their world is all about meeting ends, and for a person who wants to be richest person, their world is about earning more and more. From Gurbani's point of view, divine thoughts with no influence of Maya are the real world. Divine thoughts
come from Hirda and Jyot. Hirda is filled with jewels of wisdom and divine virtues, ਜਿਹਨੂੰ ਅਸੀਂ ਅੰਮ੍ਰਿਤ ਵੀ ਕਹਿੰਦੇ ਹਾਂ। ਇਕਨਾ ਹੁਕਮੇ ਸਮਾਇਲੇ, ਇਕਨਾ ਹੁਕਮੇ ਕਰੇ ਵਿਨਾਸ਼। ਜਿੰਨਾ ਜ਼ਿਆਦਾ ਮੇਰਾ ਧਿਆਨ ਬਾਹਰ ਮੁਖੀ ਹੈ, ਉਨਾ ਜ਼ਿਆਦਾ ਮੈਂ ਮਾਇਆ ਦੀ ਜੋ ਮੈਨੂੰ ਦਿਖ ਰਿਹਾ ਹੈ, ਮੈਂ ਉਹਨਾਂ ਅਟੈਚਮੈਂਟ ਜੋ ਵੀ ਮੈਂ ਇੱਥੇ ਮਟੀਰੀਅਲ ਦੇ ਵਿੱਚ ਇਕੱਠਾ ਕਰ ਰਿਹਾ, ਮੈਂ ਉਹਦੇ ਨਾਲ ਜੁੜਦਾ ਜਾ ਰਿਹਾ। ਭਾਵੇਂ ਉਹ ਮੇਰਾ ਘਰ ਹੈ, ਭਾਵੇਂ ਉਹ ਮੇਰੀ ਨੌਕਰੀ ਹੈ, ਭਾਵੇਂ ਉਹ ਮੇਰੇ ਬੱਚੇ ਹੈ, ਭਾਵੇਂ ਉਹ ਮੇਰੀ ਕਾਰ ਹੈ, ਭਾਵੇਂ ਕੋਈ ਵੀ ਚੀਜ਼ ਹੈ, ਮੈਂ ਉਹ ਬਾਹਰ ਜੋ ਵੀ ਇਕੱਠਾ ਕਰ ਰਿਹਾ, ਉਹਦੇ ਨਾਲ ਹੀ ਜੁੜੀ ਜਾ ਰਿਹਾ, ਉਹਦੇ ਵਿੱਚ ਹੀ ਫਸੀ ਜਾ ਰਿਹਾ। ਗੁਰਬਾਣੀ ਕਹਿ ਰਹੀ ਹੈ ਕਿ ਵੀ ਜਿੰਨਾ ਜ਼ਿਆਦਾ ਮੈਂ ਇਹਨਾਂ ਮਟੀਰੀਅਲ ਦੀ ਜਿਹੜੀ ਟੈਂਪਰੇਰੀ ਵਰਲਡ ਦਾ ਸਫ਼ਰ ਸੀਗਾ, ਇਹਦੇ ਵਿੱਚ ਇਹਨੂੰ ਪਰਮਾਨੈਂਟ ਕਰਕੇ ਇਹ ਸਾਰੀ ਜਿੰਨੀਆਂ ਵੀ ਚੀਜ਼ਾਂ ਆਪਾਂ ਗਿਣੀਆਂ, ਇਹਨਾਂ ਨੂੰ ਹਮੇਸ਼ਾ ਸੱਚ ਜਾਣ ਕੇ ਔਰ ਇਹਨਾਂ ਦੇ ਵਿੱਚ ਫਸਦਾ ਗਿਆ, ਇਹਨਾਂ ਦੇ ਵਿੱਚ ਹੀ ਜੀਵਨ ਦੀ ਸੱਚਾਈ ਨੂੰ ਲੱਭਦਾ ਗਿਆ, ਜੋ ਕਿ ਬਹੁਤ ਔਖੀ ਸੀ ਲੱਭਣੀ। ਤੇ ਇਸ ਕਰਕੇ ਉਹ ਗੁਰਬਾਣੀ ਕਹਿ ਰਹੀ ਹੈ ਕਿ ਵੀ ਉਹ ਅਸੀਂ ਆਪਣੇ ਹੁਕਮ ਦੇ ਵਿੱਚ ਹੀ ਆਪਣਾ ਵਿਨਾਸ਼ ਕਰਦੇ ਗਏ। ਬਟ ਔਨ ਦੀ ਅਦਰ ਸਾਈਡ ਇੱਕ ਨਾ ਹੁਕਮੇ ਸਮਾਏ ਲਏ। ਜਿਹੜੇ ਵੀ ਸਾਡੇ ਵਿੱਚੋਂ ਹੁਕਮ ਵੱਲ ਆਪਣਾ ਧਿਆਨ ਲਗਾਉਣ ਵਿੱਚ ਸਮਰੱਥ ਹੋ ਗਏ, ਜਿਨ੍ਹਾਂ ਨੂੰ ਵੀ ਹੁਕਮ ਦੀ ਗੁਣ ਜਾਂ ਉਹਦੀ ਹੁਕਮ ਦੀ ਜਿਹੜੀ ਹੈ ਪਾਵਰ ਜਾਂ ਉਹਦੀ ਸਟਰੈਂਥ ਦੀ ਜਿਹੜੀ ਹੈ ਉਹ ਅੰਡਰਸਟੈਂਡਿੰਗ ਡਿਵੈਲਪ ਹੋਈ, ਤਾਂ ਉਹਨਾਂ ਨੇ ਫਿਰ ਉਹ ਗੁਣਾਂ ਨੂੰ ਕਮਾਣਾ, ਉਹ ਹੁਕਮ ਦੀ ਗਾਈਡੈਂਸ ਵਿੱਚ ਆਣਾ, ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਆਪਣੇ ਹਰ ਰੋਜ਼ਮਰਾ ਦੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅਪਣਾਉਣ ਵਾਸਤੇ ਜਦੋਂ ਕੋਸ਼ਿਸ਼ਾਂ ਕੀਤੀਆਂ, ਤਾਂ ਉਹ ਉਸ ਹੁਕਮ ਦੇ ਵਿੱਚ ਹੀ ਸਮਾ ਗਏ। ਉਸ ਹੁਕਮ ਨੂੰ ਉਹਨਾਂ ਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਪਰ ਉਹ ਗੁਣ ਜਿਹੜੇ ਨੇ, ਕਿਉਂਕਿ ਸਾਡੇ ਕੋਲ ਜਿਹੜੀ ਮੇਜਰ ਪ੍ਰੋਬਲਮ ਸੀ, ਜਿਨ੍ਹਾਂ ਦਾ ਵਿਨਾਸ਼ ਹੋ ਰਿਹਾ ਹੈ, ਉਹ ਭਾਵੇਂ ਮਾਇਆ ਦੇ ਵਿੱਚ ਫਲਰਿਸ਼ ਵੀ ਹੋ ਰਹੇ ਨੇ, ਪਰ ਗੁਰਬਾਣੀ ਉਸ ਚੀਜ਼ ਨੂੰ ਵਿਨਾਸ਼ ਕਿਉਂ ਕਹਿ ਰਹੀ ਹੈ? ਕਿਉਂਕਿ ਉਹ ਜਿਹੜਾ ਮਾਇਆ ਦੇ ਵਿੱਚ ਪਸਾਰ ਵਧਣਾ ਗੁਣਾਂ ਤੋਂ ਰਹਿਤ ਹੈ। ਸੋ ਇਸ ਕਰਕੇ ਗੁਰਬਾਣੀ ਬਾਰ-ਬਾਰ ਮੈਨੂੰ ਇਹੀ ਪ੍ਰੇਰਨਾ ਦੇ ਰਹੀ ਹੈ ਕਿ ਹੁਕਮ ਦੇ ਵਿੱਚ ਆ ਕੇ ਸੱਚ ਨਾਲ ਜੁੜਨਾ, ਜਿਹੜਾ ਉਹ ਮੇਰੇ ਜੀਵਨ ਦਾ ਮਨੋਰਥ ਹੈ, ਉਹਨੂੰ ਜੇ ਮੈਂ ਆਪਣੇ ਜੀਵਨ ਦੇ ਮਨੋਰਥ ਨੂੰ ਸਮਝ ਕੇ ਉਹਦੇ ਵਿੱਚ ਚੱਲਦਾ, ਤਾਂ ਮੈਂ ਹੁਕਮ ਦੇ ਵਿੱਚ ਸਮਾ ਜਾਂਦਾ। ਪਰ ਜੇ ਮੈਂ ਆਪਣਾ ਮਾਇਆ ਦੇ ਵਿੱਚ ਧਿਆਨ ਰੱਖਦਾ, ਤਾਂ ਮੇਰਾ ਮਾਇਆ ਦੇ ਵਿੱਚ ਹੀ ਵਿਨਾਸ਼ ਹੁੰਦਾ ਜਾਏਗਾ। So I can define my world to be outwardly, which is driven by attachments to materialistic possessions. Alternatively, I can focus on world within me, the one which has jewels of wisdom. The ones who are focused on truth within them finally get merged with it, and all the attachments and attractions to false vanish. ਜਿੰਨੀਆਂ ਵੀ ਮਾਇਆ ਦੀਆਂ ਝੂਠੀਆਂ ਅਟਰੈਕਸ਼ਨਸ ਨੇ, ਹੌਲੀ ਹੌਲੀ ਫੇਡ ਅਵੇ ਹੋਣ ਲੱਗ ਜਾਂਦੀਆਂ। The ones who are focused on material world, their virtues are destroyed. ਉਹ ਆਪਣੇ ਗੁਣਾਂ ਨੂੰ ਗਵਾ ਬੈਠਦੇ ਨੇ in the fire of Maya, or diverted from the purpose of life. This all happens within Hukam of Parmeshwar, but my effort and focus can help me choose my path. ਇਹ ਮੇਰੀ ਆਪਣੀ ਕੋਸ਼ਿਸ਼ ਜਿਹੜੀ ਹੈ, ਮੇਰਾ ਆਪਣਾ ਉਦਮ ਹੈ, ਉਹ ਮੈਨੂੰ ਜਿਹੜਾ ਰਸਤਾ ਦਿਖਾਉਣ ਦੇ ਵਿੱਚ ਸਮਰੱਥ ਹੈ। ਇਹ ਚੋਇਸ ਮੇਰੇ ਕੋਲ ਹੈ ਕਿ ਮੈਂ ਗੁਣਾਂ ਨੂੰ ਧਾਰਨ ਕਰਨ ਵਾਲਾ ਸਫ਼ਰ ਅਪਣਾਉਣਾ ਹੈ ਜਾਂ ਗੁਣਾਂ ਨੂੰ ਗਵਾਉਣ ਵਾਲਾ ਸਫ਼ਰ ਅਪਣਾਉਣਾ ਹੈ। ਇੱਕ ਨਾ ਮਨਮੁਖ ਸ਼ਬਦ ਨਾ ਭਾਵੈ, ਬੰਧਨ ਬੰਧ ਪਵਾਇਆ। ਜੇ ਸ਼ਬਦ ਨਾਲ ਪ੍ਰੇਮ ਨਹੀਂ ਹੋਇਆ, ਤਾਂ ਫਿਰ ਇਹ ਜਿਹੜੇ ਮਾਇਆ ਦੇ ਬੰਧਨ ਨੇ, ਇਹਨਾਂ ਦੇ ਵਿੱਚ ਹੀ ਉਹ ਭਵਦਾ ਰਹਿੰਦਾ ਹੈ, ਉਹਦੇ ਵਿੱਚ ਹੀ ਉਹ ਉਲਝਦਾ ਰਹਿੰਦਾ ਹੈ। ਸੋ ਇੱਕ ਨਾ ਸੱਚ ਬੁਝਾਇਣ, ਤੇ ਨਾ
ਅਤੁੱਟ ਭੰਡਾਰ ਦਿਵਾਇਆ। ਸੋ ਜਿਨ੍ਹਾਂ ਨੂੰ ਵੀ ਸੱਚ ਨੂੰ ਬੁੱਝਣ ਵੱਲ ਕੋਸ਼ਿਸ਼ ਕੀਤੀ, ਕੋਈ ਵੀ ਉਹਨਾਂ ਦਾ ਕੀਤਾ ਹੋਇਆ ਉਪਰਾਲਾ ਜੋ ਹੈ, ਉਹ ਉਹਨਾਂ ਨੂੰ ਅਤੁੱਟ ਭੰਡਾਰ ਜਿਹੜਾ ਹੈ, ਗੁਰਬਾਣੀ ਦਾ ਜਿਹੜੇ ਖਿਰਦਾਰ ਨੇ ਕਹਿੰਦਾ ਉਸ ਤੇ ਚੌਗਣ ਕਰੇ ਨਿਹਾਲ। ਤੇ ਉਹ ਫਿਰ 4 ਗੁਣਾ ਹੋ ਕੇ ਵੱਧ ਕੇ ਦਿੰਦਾ ਹੈ, ਪਰ ਉਹਦੇ ਵਾਸਤੇ ਪਹਿਲਾ ਕਦਮ ਸਾਨੂੰ ਆਪ ਚੁੱਕਣਾ ਪਏਗਾ, ਸਾਨੂੰ ਆਪ ਉੱਦਮ ਕਰਨਾ ਪਏਗਾ, ਆਪਣੇ ਹੁਕਮ ਦੇ ਸਮਝ ਕੇ ਉਹਦੇ ਵਿੱਚ ਸਮਾਉਣ ਵਾਸਤੇ। ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਤੇ ਜਿੰਨੀ ਵੀ ਜ਼ਿਆਦਾ ਮੇਰਾ ਜਿਹੜਾ ਆਪਣਾ ਥਾਟ ਹੈ, ਜਿੰਨੀ ਵੀ ਮੇਰੀ ਆਪਣੀ ਐਫਰਟ ਹੈਗੀ ਹੈ, ਉਹ ਡਿਫਾਈਨ ਕਰਦੀ ਹੈ ਕਿ ਮੇਰਾ ਜੀਵਨ ਕਿਵੇਂ ਦਾ ਹੋਏਗਾ। ਮੈਂ ਮੇਰੇ ਹੱਥ ਵਿੱਚ ਹੈ ਕਿ ਮੈਂ ਸੱਚ ਨਾਲ ਜੁੜ ਰਿਹਾ ਕਿ ਮਾਇਆ ਵਿੱਚ ਜੁੜ ਰਿਹਾ। ਮਾਇਆ ਵਿੱਚ ਚਲਦਿਆਂ, ਮਾਇਆ ਦੀਆਂ ਚੀਜ਼ਾਂ, ਮਾਇਆ ਦੇ ਸਫ਼ਰ ਨੂੰ ਸਮਝਦਿਆਂ ਹੋਇਆਂ ਵੀ ਮੈਂ ਜੋ ਹੈ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸਕਦਾ। ਪਰ ਮੈਂ ਇਹ ਚੀਜ਼ ਦੇਖਣੀ ਹੈ ਕਿ ਆਪਣੇ ਭਾਣੇ ਵਿੱਚ ਚੱਲ ਕੇ ਸੰਸਾਰ ਦੀ ਮੋਹ ਮਾਇਆ ਵਿੱਚੋਂ ਜਿਹੜਾ ਹੈ ਉਹ ਮੈਂ ਆਪਣੇ ਆਪ ਨੂੰ ਕਿਵੇਂ ਕੱਢਣਾ ਹੈ ਜਾਂ ਉਹਦੇ ਵਿੱਚ ਕਿਵੇਂ ਫਸਣਾ ਹੈ। ਸਰੀਰ ਕਰਕੇ ਕੋਈ ਕਿਸੇ ਨੂੰ ਬਾਹਰ ਨਹੀਂ ਕੱਢ ਸਕਦਾ, ਸਰੀਰ ਮਾਇਆ ਵਿੱਚ ਰਹਿ ਰਿਹਾ ਹੈ। ਜਿਹੜੇ ਇੱਕ ਨਾ ਭਾਣੇ ਕੱਢ ਲਏ ਨੇ, ਉਹਨਾਂ ਦੀ ਸੁਰਤ ਨੂੰ ਮਾਇਆ ਚੋਂ ਬਾਹਰ ਕੱਢਿਆ ਹੈ। ਮਨ ਕਰਕੇ ਮੋਹ ਮਾਇਆ ਤੋਂ ਨਿਰਲੋਪ ਹੋਏ ਨੇ, ਉਹਨਾਂ ਦੀ ਸੁਰਤ ਥੋੜ੍ਹੀ ਜਿਹੀ ਉੱਚੀ ਉੱਠੀ ਹੈ, ਉਹਨਾਂ ਨੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਕਹਿਣ ਤੋਂ ਭਾਵ ਹੈ ਕਿ ਵੀ ਜਿਹੜੀ ਮਾਇਆ ਦੀ ਦਲਦਲ ਵਿੱਚ ਡੁੱਬਣ ਤੋਂ ਬਚ ਗਏ ਨੇ, ਇਸ ਕਰਕੇ ਉਹ ਜਿਹੜੇ ਨੇ ਭਾਣੇ ਵਿੱਚ ਕੱਢ ਲਏ ਨੇ, ਜੇ ਉਹ ਕੋਸ਼ਿਸ਼ ਕਰ ਰਹੇ ਨੇ। ਤੇ ਜਿਹੜਾ ਮਾਇਆ ਵਿੱਚ ਨਿਵਾਸ ਹੈ, ਉਹ ਹੈ ਕਿ ਸਰੀਰ ਤਾਂ ਸਾਡਾ ਆਲਰੇਡੀ ਮਾਇਆ ਵਿੱਚ ਹੈ, ਪਰ ਜਿਹੜੀ ਸਾਡੀ ਸੁਰਤ ਹੈ, ਉਹ ਵੀ ਮਾਇਆ ਵਿੱਚ ਹੀ ਜਿਹੜੀ ਹੈ ਉਹ ਫਸਦੀ ਜਾ ਰਹੀ ਹੈ। ਧੋਖਾ ਧੜੀ, ਛਲ ਕਪਟ, ਹਨਾ, ਹਰ ਵੇਲੇ ਚੋਰੀ ਚਕਾਰੀ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਨਿਵਾਸ ਚੱਲ ਰਿਹਾ। ਜਿਵੇਂ ਕਿ ਰਹਿਰਾਸ ਸਾਹਿਬ ਦੀ ਵੀ ਇੱਕ ਪੰਕਤੀ ਆਉਂਦੀ ਹੈ ਕਿ ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਉਹ ਕਹਿੰਦੇ ਵੀ ਐਸਾ ਨਿਵਾਸ ਹੈ ਜਿਹੜਾ ਮੋਹ ਰੂਪੀ ਚਿੱਕੜ ਵਿੱਚ ਅਸੀਂ ਫਸੇ ਹੋਏ ਹਾਂ ਤੇ ਹੁਣ ਤੁਰ ਨਹੀਂ ਸਕਦੇ। ਪਰ ਗੁਰੂ ਨਾਨਕ ਸਾਹਿਬ ਕਹਿ ਰਹੇ ਕਿ ਮੈਂ ਦੇਖ ਰਿਹਾ ਕਿ ਵੀ ਜਿੰਨਾ ਜ਼ਿਆਦਾ ਮਾਇਆ ਦੇ ਵਿੱਚ ਫਸਦੇ ਜਾ ਰਹੇ, ਉਹ ਡੁੱਬਦੇ ਜਾ ਰਹੇ ਨੇ। ਪਰ ਗੁਰਬਾਣੀ ਇੱਕ ਪਾਸੇ ਕਹਿ ਰਹੀ ਕਿ ਗੁਰਮੁਖ ਮਾਇਆ ਵਿੱਚ ਉਦਾਸੀ, ਜਿਸਨੇ ਵੀ ਆਪਣੇ ਆਪ ਨੂੰ ਬਾਹਰ ਕੱਢਿਆ, ਜਿਸਨੇ ਵੀ ਆਪਣਾ ਮੁੱਖ ਜਾਂ ਆਪਣੀ ਮੱਤ ਜੋ ਹੈ ਉਹ ਗਿਆਨ ਵੱਲ ਕਰ ਲਈ, ਉਹ ਭਾਣੇ ਵਿੱਚ ਆ ਗਿਆ ਤੇ ਉਹਨੇ ਆਪਣੇ ਜੀਵਨ ਨੂੰ ਭਾਣੇ ਵਿੱਚ ਜੀਣਾ ਸ਼ੁਰੂ ਕਰ ਦਿੱਤਾ। ਉਹਨੇ ਮਾਇਆ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ। ਸੋ ਮਾਈ ਥਾਟਸ ਐਂਡ ਐਫਰਟਸ ਟੂ ਐਗਜ਼ੀਕਿਊਟ the thoughts define the path of my life. It's up to me if I start the path towards truth, who is greatest of all, or choose the path towards materialistic greatness, which is temporary. The ones who align their lifestyle to the divine virtues of Jyot have an elevated mindset that operates above the desires of Maya. They don't feel the gravity of materialistic desires and operate within broader space. The ones who follow the materialistic thoughts of Maya always reside within these thoughts and end up going in circles, chasing the temporary comforts of Maya. ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰੇ ਵਿਚਾਰ। ਜਿਹੜਾ ਵੀ ਸ਼ਬਦ ਦੀ ਗਾਈਡੈਂਸ ਵਿੱਚ ਨਹੀਂ ਆਇਆ, ਸ਼ਬਦ ਨੂੰ ਸਮਝਣ ਵੱਲ ਨਹੀਂ ਆਇਆ, ਉਹਨਾਂ ਨੂੰ ਸੈਲਫ ਰਿਅਲਾਈਜ਼ੇਸ਼ਨ ਦੀ ਸਮਝ ਆ ਹੀ ਨਹੀਂ ਸਕਦੀ। ਕੋਈ ਹੋਰ ਤਰੀਕਾ ਹੈ ਹੀ ਨਹੀਂ ਆਪਣੇ ਆਪ ਨੂੰ ਸਮਝਣ ਦਾ। ਇੱਕ ਨਾ ਪ੍ਰਭ ਦੂਰ ਵਸੈ, ਇੱਕ ਨਾ ਮਨ ਆਧਾਰੋ ਰਾਮ। ਜਿਹੜੇ ਜਿਹੜੇ ਵੀ ਹੁਕਮ ਕੋਲੋਂ, ਸ਼ਬਦ ਦੀ ਗਾਈਡੈਂਸ ਕੋਲੋਂ ਦੂਰ ਨੇ, ਉਹਨਾਂ ਵਾਸਤੇ ਉਹ ਬਹੁਤ ਦੂਰ ਵਸਦਾ ਹੈ। ਪਰ ਜਿਨ੍ਹਾਂ ਨੇ ਵੀ ਆਪਣੇ ਥਾਟ ਨੂੰ ਸਮਝਾ ਕੇ, ਜ਼ੋਰ ਲਗਾ ਕੇ ਗੁਰਬਾਣੀ ਦੀ ਸ਼ਰਨ ਵਿੱਚ ਲਿਆਂਦਾ, ਉਹਨਾਂ ਦਾ ਰਾਮ ਉਹਨਾਂ ਦੇ ਨਾਲ ਹੈ। ਉਹਨਾਂ ਦੇ ਹਮੇਸ਼ਾ ਜਿਹੜਾ ਉਹ ਗੁਰ ਮੇਰੇ ਸੰਗ ਸਦਾ ਹੈ ਨਾਲੇ।
ਹਮੇਸ਼ਾ ਨਾਲ ਰਹਿ ਰਿਹਾ ਹੈ, ਹਮੇਸ਼ਾ ਗਾਈਡ ਕਰ ਰਿਹਾ ਹੈ, ਹਮੇਸ਼ਾ ਪ੍ਰੇਰਨਾ ਦੇ ਰਿਹਾ ਹੈ। ਏਵ ਭੀ ਆਖ ਨ ਜਾਪਈ ਜੇ ਕਿਸੇ ਆਣੇ ਰਾਸ। ਸੋ ਇਹ ਗੱਲ ਆਖੀ ਨਹੀਂ ਜਾ ਸਕਦੀ ਕਿ ਪਰਮੇਸ਼ਵਰ ਦੀ ਬਖਸ਼ਿਸ਼ ਕਿਹਨੂੰ ਹੋ ਜਾਣੀ ਹੈ, ਕਿਹਨੂੰ ਰਾਸ ਆ ਜਾਣੀ ਹੈ। ਸੱਚ ਜੋ ਹੈ ਉਹ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਰਾਸ ਆ ਜਾਵੇ, ਕਿਉਂਕਿ ਸੱਚ ਬੋਲਣ ਨਾਲ, ਸੱਚ ਕਹਿਣ ਨਾਲ ਜਾਂ ਸੱਚ ਸੁਣਨ ਨਾਲ ਤਾਂ ਬਹੁਤ ਸਾਰੇ ਸਾਡੇ ਵਰਗੇ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਤਕਲੀਫ ਵੀ ਹੁੰਦੀ ਹੈ। ਕੌਣ ਸਾਡੇ ਵਿੱਚੋਂ ਦਿਲੋਂ ਜਾਨ ਤੋਂ ਸੱਚ ਨੂੰ ਮੰਨ ਲਵੇਗਾ, ਇਹਦੇ ਬਾਰੇ ਕਹਿਣਾ ਬਹੁਤ ਔਖਾ ਹੈ। ਗੁਰਬਾਣੀ ਇਹ ਕਹਿ ਰਹੀ ਹੈ, ਗੁਰਬਾਣੀ ਬਾਰ-ਬਾਰ ਇਹ ਗੱਲ ਦੱਸ ਰਹੀ ਹੈ ਕਿ ਗੁਰਬਾਣੀ ਦੀ ਗੱਲ ਰਾਸ ਨਹੀਂ ਆ ਰਹੀ ਸਾਨੂੰ ਸਾਰਿਆਂ ਨੂੰ। ਕਈ ਬੰਦੇ ਨੇ, ਅਸੀਂ ਆਪਣੇ ਜੀਵਨ ਵਿੱਚ ਵੀ ਦੇਖਦੇ ਹਾਂ, ਜਿਨ੍ਹਾਂ ਨੇ ਬਹੁਤ ਥੋੜੀ ਗੁਰਬਾਣੀ ਸੁਣੀ, ਥੋੜੀ ਜਿਹੀ ਗੁਰਬਾਣੀ ਸੁਣ ਕੇ ਹੀ ਉਹਨਾਂ ਦਾ ਜੀਵਨ ਇੱਕਦਮ ਬਦਲ ਗਿਆ। ਪਰ ਕਈ ਬੰਦੇ ਅਸੀਂ ਆਪਣੇ ਰੋਜ਼ਮर्रा ਦੀ ਜ਼ਿੰਦਗੀ ਵਿੱਚ ਐਸੇ ਵੀ ਦੇਖਦੇ ਹਾਂ ਕਿ ਉਹ ਸਾਰੀ ਉਮਰ ਹੋ ਗਈ ਗੁਰਬਾਣੀ ਪੜ੍ਹਦਿਆਂ, ਪਰ ਜੀਵਨ ਵਿੱਚ ਕੋਈ ਬਦਲਾਅ ਨਹੀਂ ਆ ਰਿਹਾ। ਸੋ ਸੰਸਾਰਕ ਪੱਧਰ ਤੇ ਉਹ ਜਿਹੜੇ ਗੁਣਾਂ ਨੂੰ ਕਮਾਉਂਦਾ ਹੈਗਾ, ਅਸੀਂ ਕੋਈ ਐਸਾ ਕੋਈ ਮੈਯਰ ਵੀ ਨਹੀਂ ਹੈ, ਐਸਾ ਕੋਈ ਸਕੇਲ ਵੀ ਨਹੀਂ ਹੈ ਜਿਹਦੇ ਤੇ ਰੱਖ ਕੇ ਆਪਾਂ ਦੱਸ ਸਕੀਏ ਕਿ ਵੀ ਹਾਂ ਏਦਾਂ ਦਾ ਹੋਏਗਾ, ਏਦਾਂ ਦੇ ਕੱਪੜੇ ਪਾਉਣ ਵਾਲਾ ਸ਼ਾਇਦ ਗੁਰਬਾਣੀ ਉਹਨੂੰ ਮੰਨਣੀ, ਉਹ ਮੰਨਦਾ ਹੋਏਗਾ, ਜਾਂ ਏਦਾਂ ਦੀ ਦਿੱਖ ਰੱਖਣ ਵਾਲਾ ਗੁਰਬਾਣੀ ਦੀ ਗੱਲ ਨੂੰ ਮੰਨਦਾ ਹੋਏਗਾ। ਇਸ ਤਰ੍ਹਾਂ ਦੇ ਕੋਈ ਸਾਡੇ ਕੋਲ ਸਕੇਲ ਵੀ ਨਹੀਂ ਹੈ। ਗੁਰਬਾਣੀ ਜਿਹੜੀ ਗੱਲ ਕਰ ਰਹੀ ਹੈ ਵੀ ਇਸ ਤਰ੍ਹਾਂ ਕਰਕੇ ਅਸੀਂ ਇਹਨੂੰ ਸਮਝਾ ਸਕੀਏ। ਸੋ ਇਹ ਬਹੁਤ ਸਾਰੇ ਹੈ, ਸਾਹਿਬਜ਼ਾਦਿਆਂ ਦਾ ਜੀਵਨ ਹੈ, ਉਹ ਬੜੀ ਛੋਟੀ ਉਮਰ ਵਿੱਚ ਹੀ ਜਿਹੜੇ ਨੇ ਉਹ ਗੁਰਬਾਣੀ ਨੂੰ ਅਪਣਾ ਕੇ ਆਪਣਾ ਜੀਵਨ ਸਫਲ ਕਰ ਗਏ। ਪਰ ਕਈ ਸਾਡੇ ਵਰਗੇ 80-80, 90-90 ਸਾਲ ਦੇ ਵੀ ਉਹ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਨਹੀਂ ਅਪਣਾ ਪਾ ਰਹੇ। ਸੋ ਸਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਪਏਗਾ ਕਿ ਇਹ ਗੱਲ ਦੇ ਵੱਲ ਧਿਆਨ ਨਾ ਲਗਾ ਕੇ ਸਿਰਫ ਤੇ ਸਿਰਫ ਸਾਡਾ ਜਿਹੜਾ ਸਿਧਾਂਤ ਹੈ ਉਹ ਗੁਰਬਾਣੀ ਨੂੰ ਸਮਝਣ ਵਿੱਚ, ਇਹ ਗੱਲ ਨੂੰ ਅਪਣਾਉਣ ਵੱਲ ਕਿ ਵੀ ਹਾਂ ਮੈਂ ਉਹਨਾਂ ਨੂੰ ਹੂ-ਬ-ਹੂ ਐਜ਼ ਇਸ ਇਹ ਸਾਰੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣਾ ਹੈ, ਇਸ ਵੈਲਥ ਆਫ ਵਿਜ਼ਡਮ ਨੂੰ ਕਮਾਉਣਾ ਹੈ। ਜਿਵੇਂ ਜਿਵੇਂ ਗੁਰਬਾਣੀ ਮੈਨੂੰ ਗਾਈਡ ਕਰ ਰਹੀ ਹੈ, ਉਦਾਂ ਉਦਾਂ ਦਾ ਮੇਰਾ ਜੀਵਨ ਹੋਣਾ ਚਾਹੀਦਾ ਹੈ। So there is no crystal ball to tell who will or won't get the wealth of these divine virtues. It doesn't mean that I have to stop my genuine efforts to earn these virtues. There is no attribute in physical world that can help us define who will or won't get this wealth of virtues. Also, there is no physical activity or ritual that someone may perfect to be the recipients of this wealth. We can't be an ego that by doing particular ritual or belonging to a particular sect community will lead to this wealth. ਕਿਉਂਕਿ ਇਹ ਹੰਕਾਰ ਵੀ ਹੋ ਸਕਦਾ ਹੈ। ਗੁਰਬਾਣੀ ਕਹਿ ਰਹੀ ਹੈ, ਅਜਿਉ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਕਿਤੇ ਮੈਨੂੰ ਇਹ ਭੁਲੇਖਾ ਨਾ ਲੱਗ ਜਾਏ ਕਿ ਮੈਂ ਤਾਂ ਬੜਾ ਵਧੀਆ ਬਾਣਾ ਪਾ ਲਿਆ, ਮੈਂ ਕਿਰਪਾਨ ਉੱਪਰੋਂ ਪਾ ਲਈ, ਮੈਂ ਤਾਂ ਸਵੇਰੇ ਉੱਠ ਕੇ ਨਹਾ ਕੇ ਸਿਮਰਨ ਕਰ ਲਿਆ, ਗੁਰਬਾਣੀ ਪੜ੍ਹ ਲਈ, ਮੇਰਾ ਜੀਵਨ, ਮੈਂ ਤਾਂ ਮੇਰੇ ਵਰਗਾ ਗੁਰਮੁਖ ਕੋਈ ਨਹੀਂ। ਗੁਰਬਾਣੀ ਕਹਿ ਰਹੀ ਹੈ ਕਿਸੇ ਵੀ ਵੇਲੇ ਇਹ ਝਟਕਾ ਲੱਗ ਸਕਦਾ, ਜਿੱਦਾਂ ਹੀ ਹੰਕਾਰ ਪੈਦਾ ਹੋਇਆ, ਅਜਿਉ ਸੋ ਨਾਉ ਸਮੁੰਦਰ ਮੈਂ। ਇਹ ਨਹੀਂ ਪਤਾ ਕਿ ਵੀ ਹਾਲੇ ਤਾਂ ਬੇੜੀ ਸਮੁੰਦਰ ਦੇ ਵਿੱਚ ਹੈ, ਕਿਤੇ ਕਿਤੇ ਛੇਕ ਨਾ ਆ ਜਾਏ, ਕਿਤੇ ਜਰ ਨਾ ਲੱਗ ਜੇ, ਡੁੱਬ ਜਾਣੀ ਹੈ। ਜਿਨ੍ਹਾਂ ਰਾਸ ਨ ਸੱਚ ਹੈ, ਕਿਉਂ ਤੇ ਨਾ ਸੁਖ ਹੋਏ। ਸੋ ਅਲਟੀਮੇਟਲੀ ਸਾਨੂੰ ਸੱਚ ਦੀ ਰਾਸ਼ੀ ਕਮਾਣੀ, ਸੱਚ ਨਾਲ ਜੁੜਨਾ, ਜੇ ਅਸੀਂ ਉਸ ਪਰਮ ਸੁਖ ਵੱਲ ਚੱਲਣਾ ਚਾਹੁੰਦੇ ਹਾਂ, ਜਿਹੜਾ ਪਰਮ ਸਿੱਖ ਸਾਨੂੰ ਗੁਰਬਾਣੀ ਸਮਝਾ ਰਹੀ ਹੈ। ਨਾਨਕ ਗੁਰਮੁਖੀ ਜਾਣੀ ਹੈ, ਜਾਕੋ ਆਪ ਕਰੇ ਪ੍ਰਗਾਸ। ਤਾਂ ਗੁਰਬਾਣੀ ਸਾਨੂੰ ਕਹਿ ਰਹੀ ਹੈ ਕਿ ਵੀ ਜੇ ਆਪ ਪ੍ਰਗਾਸ ਕਰ ਦਵੇ, ਆਪ ਕਿਵੇਂ? ਮਨ ਦੇ ਵਿੱਚ ਸੱਚ ਦਾ ਗਿਆਨ ਹੋ ਗਿਆ, ਫਿਰ ਉਹ ਸੱਚ ਜਿਹੜਾ ਉਹਦਾ ਆਧਾਰ ਬਣ ਜਾਂਦਾ ਹੈ।
ਕਿਰਪਾ ਤੋਂ ਬਗੈਰ ਅਸੀਂ ਇਸ ਗਿਆਨ ਦੇ ਪਾਤਰ ਵੀ ਨਹੀਂ ਬਣ ਸਕਦੇ। ਗੁਰਬਾਣੀ ਦੀ ਜਿਵੇਂ ਆਪਾਂ ਪਹਿਲਾਂ ਪੰਕਤੀ ਦੀ ਗੱਲ ਕੀਤੀ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮੀ ਵਸੈ ਮਨ ਆਏ। ਬਾਹਰ ਬਹੁਤ ਚਾਨਣ ਹੈ, ਚਾਨਣ ਜੋ ਹੈ ਸਾਡੇ ਅੰਦਰ ਜੋ ਜਿਹੜਾ ਪ੍ਰਕਾਸ਼ ਹੋਣਾ ਹੈ, ਉਹ ਗੁਰਬਾਣੀ ਨਾਲ ਹੋਣਾ ਹੈ। ਗੁਰਬਾਣੀ ਬਹੁਤ ਲੋਕ ਪੜ੍ਹ ਰਹੇ ਨੇ, ਹੋਰ ਵੀ ਬੜੇ ਧਰਮ ਗ੍ਰੰਥ ਨੇ ਜਿਹੜੇ ਪੜ੍ਹੇ ਜਾ ਰਹੇ ਨੇ, ਪਰ ਇੰਟੈਂਸ਼ਨ ਜਿਹੜੀਆਂ ਨੇ ਉਹ ਬਹੁਤ ਠੀਕ ਹੋਣੀਆਂ ਜ਼ਰੂਰੀ ਨੇ। ਅਸੀਂ ਕਿਤੇ ਗੁਰਬਾਣੀ ਪੜ੍ਹਨ ਲਈ ਕਿਤੇ ਫਾਰਮੈਲਿਟੀ ਤਾਂ ਨਹੀਂ ਕਰ ਰਹੇ। ਇੰਨਾ ਕੁਝ ਪੜ੍ਹਨ ਦੇ ਬਾਵਜੂਦ ਵੀ ਸਾਡੇ ਕੋਲ ਕਿਤੇ ਅੱਜ ਵੀ ਧਰਮ ਸਾਡੀ ਲਾਈਫ ਵਿੱਚ ਰਿਫਲੈਕਟ ਕਿਉਂ ਨਹੀਂ ਹੋ ਰਿਹਾ? ਉਹ ਸੱਚ ਸਾਨੂੰ ਆਪਣੇ ਜੀਵਨ ਵਿੱਚ ਕਿਉਂ ਨਹੀਂ ਝਲਕ ਦਿਖਾ ਰਿਹਾ? ਉਹ ਚਾਨਣ ਜਿਹੜਾ ਹੈ, ਉਹ ਸਾਨੂੰ ਆਪਣੇ ਅੰਦਰ ਪਹਿਲਾਂ ਰਿਅਲਾਈਜ਼ ਕਰਨਾ ਔਰ ਉਸ ਰਿਅਲਾਈਜ਼ੇਸ਼ਨ ਨਾਲ ਫਿਰ ਆਪਣੇ ਜੀਵਨ ਨੂੰ ਚਲਾਉਣਾ। ਪਰ ਇਹ ਸਾਰਾ ਕੁਝ ਕਿਰਪਾ ਤੋਂ ਬਗੈਰ ਪ੍ਰਾਪਤ ਨਹੀਂ ਹੋ ਸਕਦਾ। ਸਾਨੂੰ ਕਿਰਪਾ ਦਾ ਪਾਤਰ ਬਣਨ ਲਈ ਆਪਣਾ ਸਿਰ ਸਿੱਟਣਾ ਪਏਗਾ, ਗੁਰਬਾਣੀ ਦੀ ਸ਼ਰਨ ਵਿੱਚ ਆਉਣਾ ਪਏਗਾ। ਤਾਂ ਹੀ ਫਿਰ ਗੁਰਬਾਣੀ ਕਹਿ ਰਹੀ ਹੈ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਬੀਜ ਅਸੀਂ ਬੋਣਾ, ਬਾਕੀ ਕੰਮ ਹੁਕਮ ਦਾ। ਇਹ ਬੜਾ ਜ਼ਰੂਰੀ ਹੈ ਗੱਲ ਨੂੰ ਸਮਝਣਾ ਕਿ ਇਹ ਮੇਰੇ ਹੱਥ ਵਿੱਚ ਹੈ ਬੀਜ ਪਾਉਣਾ, ਬਾਕੀ ਹੁਕਮ ਦਾ ਕੰਮ ਹੈ। ਮੈਨੂੰ ਮਿਹਨਤ ਕਰਦੇ ਰਹਿਣਾ ਹੈ। ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਨੇ, ਉਹ ਨਾਨਕ, the ones who do the effort to walk on the pathway of truth are the ones who reveal truth within them। ਉਹਨਾਂ ਦੇ ਆਪਣੇ ਅੰਦਰ ਸੱਚ ਪ੍ਰਗਟ ਹੋ ਰਿਹਾ ਹੈ, ਹੋਰ ਕਿਤੇ ਨਹੀਂ ਹੋ ਰਿਹਾ। ਉਹਨਾਂ ਨੂੰ ਆਪਣੇ ਅੰਦਰ ਸੱਚ ਦੀ ਰਿਅਲਾਈਜ਼ੇਸ਼ਨ ਹੋ ਰਹੀ ਹੈ, ਜਿਨ੍ਹਾਂ ਨੇ ਇਸ ਰਸਤੇ ਤੇ ਚੱਲਣਾ ਮਨਜ਼ੂਰ ਕਰ ਲਿਆ। Nothing happens without the blessings of Parmeshwar। The whole universe is within command of truth। The effort to walk on path of truth is always my choice। In the end, I will realize that my effort was also the blessing of Parmeshwar। So ਇਹ ਵਾਲੀ realization ਵੀ ਸਾਨੂੰ ਚਲਦਿਆਂ ਹੀ ਹੋ ਸਕਦੀ ਹੈ ਕਿ ਇਹ ਜੋ ਮੈਂ ਉੱਦਮ ਕਰ ਰਿਹਾ ਸੀ, ਇਹ ਉੱਦਮ ਵੀ ਪਰਮੇਸ਼ਰ ਬਖਸ਼ਿਸ਼ ਕਰਕੇ ਹੀ ਕਰਵਾ ਰਿਹਾ ਸੀ। ਇਹ ਮੇਰਾ ਵਿੱਚ ਕੋਈ ਰੋਲ ਨਹੀਂ ਸੀ। To stay motivated on the pathway of truth, ਗੁਰਬਾਣੀ keeps advising me to do my effort। ਗੁਰਬਾਣੀ ਬਾਰ-ਬਾਰ ਪ੍ਰੇਰਨਾ ਕਰ ਰਹੀ ਹੈ, ਬਾਰ-ਬਾਰ ਸਮਝਾ ਰਹੀ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਗੁਰਬਾਣੀ ਕਹਿ ਰਹੀ ਹੈ, ਆਪ ਹੀ ਸਵਾਰਨਾ ਪੈਣਾ ਹੈ, ਆਪਣਾ ਕਾਜ ਹੈ, ਆਪ ਹੀ ਉੱਦਮ ਕਰਨਾ ਪੈਣਾ ਹੈ, ਆਪ ਹੀ ਗੁਣ ਗਵਾਏ ਸੀ, ਆਪ ਹੀ ਗੁਣ ਲੈਣ ਵੱਲ ਚੱਲਣਾ ਪੈਣਾ ਹੈ। ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਗੁਰਬਾਣੀ ਫਿਰ ਸਾਨੂੰ ਬਾਰ-ਬਾਰ ਸਮਝਾ ਰਹੀ ਹੈ, ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਸਵਾਰ ਲਓਗੇ, ਜਿੰਨਾ ਜ਼ਿਆਦਾ ਮੈਂ ਆਪਣੇ ਜੀਵਨ ਦੇ ਵਿੱਚ ਸਫਾਈ ਕਰ ਲਵਾਂਗਾ, ਉਨਾ ਜ਼ਿਆਦਾ ਮੈਂ ਸੁਖ ਵਿੱਚ ਆ ਜਾਵਾਂਗਾ। ਉਹ ਸੁਖ ਕੀ ਹੈ? ਉਹ ਸੁਖ ਉਹੀ ਹੈ ਕਿ ਜਿਹੜਾ ਮਾਇਆ ਦੇ ਵਿਕਾਰਾਂ ਦੇ ਵਿੱਚ ਮੈਂ ਹਰ ਰੋਜ਼ ਜਿਹੜੇ ਮੈਂਟਲ ਚੈਲੰਜਸ ਫੇਸ ਕਰ ਰਿਹਾ ਸੀ, ਮੈਂ ਉਹਨਾਂ ਵਿੱਚੋਂ ਬਾਹਰ ਨਿਕਲ ਕੇ ਗੁਰਬਾਣੀ ਦੀ ਸ਼ਰਨ ਵਿੱਚ ਆ ਕੇ ਸੌਖਾ ਜੀਵਨ ਜੀ ਸਕਦਾ। ਸੋ ਇਹਨਾਂ ਸ਼ਬਦਾਂ ਦੇ ਨਾਲ ਇਹ ਵਾਲਾ ਆਪਾਂ ਸ਼ਲੋਕ ਜਿਹੜਾ ਇੱਥੇ ਸਮਾਪਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।